बैठकां एडे वड्डे संघर्ष च होणगीਆਂ क्योंकि ਜਿਹੜਾ ਵਰਤਾਰਾ ਵਾਪਰਿਆ ਉਹ ਬੜਾ ਇਤਿਹਾਸਕ ਆ ਤੇ ਸਰਕਾਰ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਬਹਿ ਗਏ ਆਪਾਂ। ਦੇਖੋ ਜਿਹੜੀ ਸਰਕਾਰ ਕਿੰਨਾ ਹੰਕਾਰ ਉਹਨਾਂ 'ਚ ਤੇ ਜਿਸ ਢੰਗ ਨਾਲ ਉਹਨਾਂ ਨੇ ਹੁਣ ਤੋਂ ਪਹਿਲਾਂ ਜੋ ਫੈਸਲੇ ਲਏ ਉਹ ਤੋਂ ਕਿਸੇ ਦੀ ਗੱਲ ਨਹੀਂ ਸੁਣੀ, ਕਦੇ ਹੀ ਨਹੀਂ ਸੁਣੀ ਵੀ ਸਾਡਾ ਫੈਸਲਾ ਅਟੱਲ ਆ ਤੇ ਉੱਥੇ ਅਸੀਂ ਆ ਕੇ ਜੋ ਕਰਤਾ ਉਹ ਇਤਿਹਾਸਕ ਆ। ਮੀਟਿੰਗਾਂ ਵੀ ਕਰਨਗੇ ਸਾਡੇ ਨਾਲ ਤੇ ਸਾਨੂੰ ਹੱਲ ਵੀ ਦੇਣਗੇ, ਪਰ ਸਾਡੇ 'ਚ ਸਬਰ ਤੇ ਸਾਡੇ 'ਚ ਸਹਿਜਤਾ ਇਹ ਹੋਣੀ ਚਾਹੀਦੀ ਹੈ। ਸਾਨੂੰ ਬਦਨਾਮ ਕਰਨ ਦੇ ਬੜੇ ਯਤਨ ਹੋਏ ਆ, ਸਾਨੂੰ ਆਈਸੋਲੇਟ ਕਰਨ ਦੇ ਬੜੇ ਯਤਨ ਹੋਏ ਆ। ਪਹਿਲਾਂ ਤਾਂ ਜਿਵੇਂ ਵੀ ਇਹ ਦੇਖੋ ਧਾਰਮਿਕ ਰੰਗਤ ਦੇ ਬੜੇ ਇਹਨਾਂ ਨੇ ਸਾਡੇ ਤੇ ਜਿਹੜੇ ਆਰੋਪ ਲਾਏ ਹਨ, ਉਸ ਗੱਲ ਨਾਲ ਅਸੀਂ ਕਿਵੇਂ ਨਜਿੱਠੇ ਆ। ਜਾਂ ਤੁਸੀਂ ਇਹ ਦੇਖੋ ਵੀ ਸਰਕਾਰ ਦਾ ਇੱਕ ਜਿਹੜਾ ਨੈਰੇਟਿਵ ਸੀ, ਉਹਨਾਂ ਦਾ ਬਿਰਤਾਂਤ ਸੀ, ਉਹਨੂੰ ਅਸੀਂ ਕਿਵੇਂ ਡਿਸਟਰੋਏ ਕੀਤਾ। ਅਹਿਮ ਚੀਜ਼ਾਂ ਦੋ ਇਸ ਵੇਲੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ, 5 ਅੱਤਵਾਦੀਆਂ ਨੂੰ ਫੜਨ ਦੀ ਖਬਰ ਸਾਹਮਣੇ ਆਈ। ਇਸ ਤੋਂ ਇਲਾਵਾ ਇਹ ਵੀ ਚੀਜ਼ਾਂ ਚੱਲੀਆਂ ਕਿ ਕਰੋਨਾ ਹੋਣ ਲੱਗ ਪਿਆ ਕੁਝ ਲੋਕਾਂ ਨੂੰ। ਇਹ ਦੋ ਚੀਜ਼ਾਂ ਬੜੀਆਂ ਅਹਿਮ ਨੇ ਜਿਨ੍ਹਾਂ ਨੂੰ ਬਰੀਕੀ ਨਾਲ ਸਮਝਿਆ ਜਾਵੇ। ਅੱਤਵਾਦੀਆਂ ਨੂੰ ਕਿਸਾਨ ਮੋਰਚੇ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਨਾਲ ਦੀ ਨਾਲ ਕਰੋਨੇ ਦੀ ਮਾਰ ਦੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਹੇ ਚੀਜ਼ਾਂ ਨੂੰ ਕਿਵੇਂ ਦੇਖਦੇ? ਦੇਖੋ ਅਸੀਂ ਤਾਂ ਹੁਣ 2.5 ਮਹੀਨੇ ਹੋ ਗਏ ਆ ਸੰਘਰਸ਼ 'ਚ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਤੇ ਕੋਈ ਮਾਸਕ ਨਹੀਂ ਪਾ ਰਹੇ, ਆਪਾਂ ਕੋਈ ਵੀ ਨਹੀਂ ਪਾ ਰਿਹਾ, ਦੇਖ ਲਓ ਤੁਸੀਂ, ਹੈ ਨਾ। ਜਦੋਂ ਕਿ ਸਰਕਾਰ ਦੀ ਹਦਾਇਤ ਇਹ ਆ ਵੀ ਸੋਸ਼ਲ ਡਿਸਟੈਂਸਿੰਗ ਵੀ ਰੱਖੋ ਤੇ ਮਾਸਕ ਵਗੈਰਾ ਪਾ ਕੇ ਰੱਖੋ, ਹੈ ਨਾ। ਪਰ ਸਾਨੂੰ ਤਾਂ ਨਹੀਂ ਹੋਇਆ ਕਿਸੇ ਨੂੰ, ਆਪਾਂ ਇੱਥੇ ਹੀ ਤੁਰੇ ਫਿਰ ਰਹੇ ਹਾਂ ਔਰ ਪਹਿਲਾਂ ਪੰਜਾਬ ਫਿਰਦੇ ਰਹੇ ਹਾਂ, ਕੋਈ ਸੋਸ਼ਲ ਡਿਸਟੈਂਸਿੰਗ ਸੀਗੀ ਉੱਥੇ। ਉੱਥੇ ਸਾਡੇ ਲਈ ਕਰੋਨਾ ਬਿਮਾਰੀ, ਆਹ ਬੁਖਾਰ, ਗਲਾ ਖਰਾਬ, ਖੰਘ ਹੋਣੀ, ਇਹ ਬੜੀਆਂ ਛੋਟੀਆਂ ਜੀਆਂ ਗੱਲਾਂ, ਇਹਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਅਸੀਂ ਤਾਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਹਾਂ। ਹੁਣ ਜੇ ਕੋਈ 5 ਬੰਦੇ ਫੜੇ ਆ, ਸਾਡੇ ਤਾਂ ਇੱਥੇ ਆ ਕੇ ਦੇਖ ਲੈ, ਜਿਹੜਾ ਮਰਜ਼ੀ ਕੋਈ ਅਧਿਐਨ ਕਰਨ ਵਾਲਾ ਜਿਹੜਾ ਬੁੱਧੀ ਪੁਰਸ਼ ਆ ਜਾਂ ਜਿਹਨੇ ਇੰਟੈਲੈਕਚੁਅਲਸ ਆ, ਜਿਹਨੇ ਐਨਾਲਾਈਜ਼ ਕਰਨਾ, ਉਹ ਇੱਥੇ ਆ ਕੇ ਦੇਖ ਲੈ ਵੀ ਅਸੀਂ ਹੈ ਕੌਣ। ਗੱਲ ਇਹ ਹੋਈ ਸੀ ਵੀ ਮੈਨੂੰ ਇਹ ਗੱਲ ਮੇਰੇ ਤੱਕ ਪਹੁੰਚੀ ਵੀ ਸਮੂਹਕ ਕਤਲੇਆਮ ਹੋਵੇ ਫੇਰ ਗੱਲ ਬਣੂਗੀ ਕੋਈ। ਹੁਣ ਇਹ ਕਤਲੇਆਮ ਜੇ ਤੁਸੀਂ ਆਪਦੀਆਂ ਗਿਣਤੀਆਂ ਮਿਹਨਤੀਆਂ ਚੋਂ ਕਰਾ ਰਹੇ ਹੋ ਤੇ ਲੋਕਾਂ ਦੀ ਕਿਸੇ ਦੀ ਮੌਤ ਤੇ ਆਪਦੀ ਸਿਆਸਤ ਖੜੀ ਕਰ ਰਹੇ ਹੋ, ਇਹ ਤਾਂ ਮਨਜ਼ੂਰ ਨਹੀਂ ਆ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤੇ ਅਸੀਂ ਕੁੰਡਲੀ ਬਾਰਡਰ ਤੇ ਮੌਜੂਦ ਹਾਂ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕੀ ਕਦਮ ਚੁੱਕਣੇ ਚਾਹੀਦੇ ਨੇ, ਲਗਾਤਾਰ ਵਿਚਾਰ ਚਰਚਾ ਵੀ ਚੱਲ ਰਹੀ ਹੈ। ਉਚੇਚੇ ਤੌਰ ਤੇ ਦੀਪ ਸਿੱਧੂ ਸਾਡੇ ਨਾਲ ਨੇ। ਇਸ ਵੇਲੇ ਸੰਘਰਸ਼ ਕਿਸ ਪਾਸੇ ਨੂੰ ਜਾ ਰਿਹਾ? ਅਮਿਤ ਸ਼ਾਹ ਮੁਲਾਕਾਤ ਕਰਦੇ ਨੇ, ਉਚੇਚਨ ਮੁਲਾਕਾਤ ਕਰਦੇ ਨੇ, ਸਿੱਟਾ ਨਹੀਂ ਨਿਕਲਦਾ। 9 ਤਰੀਕ ਦੀ ਬੈਠਕ ਜਿਹੜੀ ਹੈ ਰੱਦ ਕਰ ਦਿੱਤੀ ਜਾਂਦੀ ਹੈ। ਅੱਗੇ ਹੁਣ ਕੱਲ ਨੂੰ 12 ਤਰੀਕ ਆਉਣੀ ਹੈ। 12 ਤਰੀਕ ਦੇ ਮੁਤਲਕ ਜੇ ਅਸੀਂ ਗੱਲ ਕਰੀਏ ਤਾਂ ਸਾਫ਼ ਤੌਰ ਤੇ ਸਾਰੇ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਨੂੰ ਫ੍ਰੀ ਕਰਨ ਦੀ ਗੱਲ ਚੱਲ ਰਹੀ ਹੈ। ਗੱਲਬਾਤ ਕਰਦੇ ਹਾਂ ਬਾਈ, ਇਸ ਵੇਲੇ ਹਾਲਾਤਾਂ ਨੂੰ ਦੇਖਦੇ ਹੋਏ ਨਜ਼ਰ ਕੀ ਆ ਰਿਹਾ, ਮੌਕੇ ਦੇ ਹਾਲਾਤਾਂ ਨੂੰ ਦੇਖਦੇ, ਕਿਉਂਕਿ ਬੈਠਕਾਂ ਤੋਂ ਬੈਠਕਾਂ ਹੋ ਰਹੀਆਂ, ਨਤੀਜੇ ਕੋਈ ਨਜ਼ਰ ਨਹੀਂ ਆ ਰਹੇ। ਬਾਈ ਬੈਠਕਾਂ ਐਡੇ ਵੱਡੇ ਸੰਘਰਸ਼ 'ਚ ਹੋਣਗੀਆਂ ਕਿਉਂਕਿ ਜਿਹੜਾ ਵਰਤਾਰਾ ਵਾਪਰਿਆ ਉਹ ਬੜਾ ਇਤਿਹਾਸਕ ਆ ਤੇ ਸਰਕਾਰ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਬਹਿ ਗਏ ਆਪਾਂ। ਦੇਖੋ ਜਿਹੜੀ ਸਰਕਾਰ ਕਿੰਨਾ ਹੰਕਾਰ ਉਹਨਾਂ 'ਚ ਤੇ ਜਿਸ ਢੰਗ ਨਾਲ ਉਹਨਾਂ ਨੇ ਹੁਣ ਤੋਂ ਪਹਿਲਾਂ ਜੋ ਫੈਸਲੇ ਲਏ ਉਹ ਤੋਂ ਕਿਸੇ ਦੀ ਗੱਲ ਨਹੀਂ ਸੁਣੀ, ਕਦੇ ਹੀ ਨਹੀਂ ਸੁਣੀ ਵੀ ਸਾਡਾ ਫੈਸਲਾ ਅਟੱਲ ਆ ਤੇ ਉੱਥੇ ਅਸੀਂ ਆ ਕੇ ਜੋ ਕਰਤਾ ਉਹ ਇਤਿਹਾਸਕ ਆ। ਸੋ ਇਸ ਕਰਕੇ ਗੱਲ ਐਡੀ ਸੌਖੀ ਨਹੀਂ ਆ ਸਰਕਾਰ ਲਈ। ਮੀਟਿੰਗਾਂ ਵੀ ਕਰਨਗੇ ਸਾਡੇ ਨਾਲ ਤੇ ਸਾਨੂੰ ਹੱਲ ਵੀ ਦੇਣਗੇ, ਪਰ ਸਾਡੇ 'ਚ ਸਬਰ ਤੇ ਸਾਡੇ 'ਚ ਸਹਿਜਤਾ ਇਹ ਹੋਣੀ ਚਾਹੀਦੀ ਹੈ। ਬਈ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ, ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਇਸ ਤਰੀਕੇ ਨਾਲ ਕੁਝ ਨਾ ਕੁਝ ਹਰਕਤਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ ਨੇ ਕਿ ਇਸ ਤਰੀਕੇ ਨਾਲ ਸੰਘਰਸ਼ ਨੂੰ ਤਾਰ-ਪੀੜੋ ਕਰਨਾ। 15 ਜਥੇਬੰਦੀਆਂ ਸੱਦ ਲਓ, 13 ਨੂੰ ਸੱਦ ਲਓ, ਸਾਰੀਆਂ ਨੂੰ ਨਾ ਸੱਦੋ। ਇਹ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਛੋਟੀਆਂ-ਛੋਟੀਆਂ ਚੀਜ਼ਾਂ ਹੋ ਰਹੀਆਂ, ਤੁਹਾਡੇ ਨਜ਼ਰ 'ਚ ਕੀ ਹੈਗਾ? ਕਿਹਨਾਂ ਚੀਜ਼ਾਂ ਤੋਂ ਇਸ ਵੇਲੇ ਸੁਚੇਤ ਰਹਿਣ ਦੀ ਲੋੜ ਆ ਸਾਨੂੰ ਇਸ ਮੌਕੇ ਤੇ? ਦੇਖੋ ਇੱਕ ਤਾਂ ਸੁਚੇਤ ਸਾਨੂੰ ਹੁਣ ਜਿਵੇਂ ਆਹ ਦੇਖੋ ਸਾਡੇ ਮੁੰਡੇ ਪਹਿਰਾਦਾਰੀ ਤੇ ਆ, ਹਨਾ, ਇਸ ਰੋਜ਼ ਇਹਨਾਂ ਦਾ ਪਹਿਰਾ ਹੁੰਦਾ ਔਰ ਧੁਰ ਤੋਂ ਉੱਥੋਂ ਸਟੇਜ ਤੋਂ ਲੈ ਕੇ ਧੁਰ ਤਾਈਂ, ਹਨਾ, ਤੇ ਰਸੋਈ ਢਾਬੇ ਤੱਕ ਤੇ ਗਾਂ ਫਿਰ ਦੂਜੀ ਟੀਮ ਆ ਜਿਹੜੀ, ਹਨਾ। ਸੋ ਤਾਰ-ਪੀੜੋ ਕਰਨ ਦੇ ਜਾਂ ਸਾਨੂੰ ਬਦਨਾਮ ਕਰਨ ਦੇ ਬੜੇ ਯਤਨ ਹੋਏ ਆ। ਸਾਨੂੰ ਆਈਸੋਲੇਟ ਕਰਨ ਦੇ ਬੜੇ ਯਤਨ ਹੋਏ ਆ। ਪਹਿਲਾਂ ਤਾਂ ਜਿਵੇਂ ਵੀ ਇਹ ਦੇਖੋ ਧਾਰਮਿਕ ਰੰਗਤ
ਦੇ ਬੜੇ ਇਹਨਾਂ ਨੇ ਸਾਡੇ ਤੇ ਜਿਹੜੇ ਆਰੋਪ ਲਾਏ ਹਨਾ, ਦੇ ਤੌਰ ਤੇ ਖਾਲਿਸਤਾਨੀ ਕਹਿਣ ਲੱਗ ਪਏ ਸੀ, ਅੱਤਵਾਦੀ ਕਹਿਣ ਲੱਗ ਪਏ ਸੀ, ਬਹੁਤ ਸਾਰੀਆਂ ਗੱਲਾਂ। ਤੇ ਉਸ ਗੱਲ ਨਾਲ ਅਸੀਂ ਕਿਵੇਂ ਨਜਿੱਠੇ ਆ, ਜਾਂ ਤੁਸੀਂ ਇਹ ਦੇਖੋ ਵੀ ਸਰਕਾਰ ਦਾ ਇੱਕ ਜਿਹੜਾ ਨੈਰੇਟਿਵ ਸੀ, ਉਹਨਾਂ ਦਾ ਬਿਰਤਾਂਤ ਸੀ, ਉਹਨੂੰ ਅਸੀਂ ਕਿਵੇਂ ਡਿਸਟਰੋਏ ਕੀਤਾ। ਇਹ ਬਾਕਮਾਲ ਆ। ਤੇ ਜਿਹੜਾ ਡਿਸਪਲਿਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵੀ ਇੱਕ ਕੋਈ ਘਟਨਾ ਨਹੀਂ, ਅਣਸੁਖਾਵੀਂ ਜਮਾਂ ਹੀ ਘਟਨਾ ਨਹੀਂ, ਉਲਟਾ ਅਸੀਂ ਇਹ ਜ਼ਿੰਮੇਵਾਰੀ ਜਿਹੜੀ ਆਪਦੇ ਮੋਢਿਆਂ ਤੇ ਚੱਕੀ ਹੋਈ ਆ ਲੋਕਾਂ ਨੇ, ਲੋਕਾਂ ਦੀ ਸਮਝ ਹੀ ਬੜੀ ਬਾਕਮਾਲ ਆ ਵੀ ਐਡਾ ਵੱਡਾ ਇੱਥੇ ਮੋਬਿਲਾਈਜੇਸ਼ਨ ਆ, ਐਡਾ ਵੱਡਾ ਕਰਾਊਡ ਆ, ਤੇ ਸੰਗਤ ਆਪ ਐਡੀ ਸਮਝ ਬਣਾ ਕੇ ਬੈਠੀ ਆ ਵੀ ਅਸੀਂ ਮੌਕਾ ਨਹੀਂ ਦੇਣਾ, ਅਸੀਂ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ, ਇੱਕ ਦੂਜੇ ਨਾਲ ਗੱਲਾਂ ਕਰਦੇ ਆ। ਇਹ ਬਹੁਤ ਬਾਕਮਾਲ ਗੱਲ ਆ ਬਾਈ। ਚਿੰਤਕ ਕਹਿੰਦੇ ਨੇ ਕਿ ਜੇ ਮੈਨੇਜਮੈਂਟ ਦੇ ਸਟੂਡੈਂਟ ਨੇ ਕੁਝ ਸਮਝਣਾ ਹੋਵੇ ਤਾਂ ਪੰਜਾਬੀਆਂ ਤੋਂ ਇਸ ਵੇਲੇ ਜਾ ਕੇ ਸਮਝ ਲੈਣ ਕਿ ਇਸ ਤਰੀਕੇ ਨਾਲ ਐਡੇ ਵੱਡੇ ਕਰਾਊਡ ਨੂੰ ਮੈਨੇਜ ਕਰ ਰਹੇ ਨੇ। ਵੱਡੀ ਗੱਲ ਹੈ ਕਿਸੇ ਵੱਲੋਂ ਐਡੀ ਵੱਡੀ ਸਾਨੂੰ ਸਟੇਟਮੈਂਟ ਦੇਣਾ। ਬਾਈ ਇੱਕ ਅਹਿਮ ਚੀਜ਼ਾਂ ਦੋ ਇਸ ਵੇਲੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ, 5 ਅੱਤਵਾਦੀਆਂ ਨੂੰ ਫੜਨ ਦੀ ਖਬਰ ਸਾਹਮਣੇ ਆਈ। ਇਸ ਤੋਂ ਇਲਾਵਾ ਇਹ ਵੀ ਚੀਜ਼ਾਂ ਚੱਲੀਆਂ ਕਿ ਕਰੋਨਾ ਹੋਣ ਲੱਗ ਪਿਆ ਕੁਝ ਲੋਕਾਂ ਨੂੰ। ਇਹ ਦੋ ਚੀਜ਼ਾਂ ਬੜੀਆਂ ਅਹਿਮ ਨੇ ਜੇ ਇਹਨਾਂ ਨੂੰ ਬਰੀਕੀ ਨਾਲ ਸਮਝਿਆ ਜਾਵੇ। ਅੱਤਵਾਦੀਆਂ ਨੂੰ ਕਿਸਾਨ ਮੋਰਚੇ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਨਾਲ ਦੀ ਨਾਲ ਕਰੋਨੇ ਦੀ ਮਾਰ ਦੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਹੇ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਅਸੀਂ ਤਾਂ ਹੁਣ 2.5 ਮਹੀਨੇ ਹੋ ਗਏ ਆ ਸੰਘਰਸ਼ 'ਚ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਤੇ ਕੋਈ ਮਾਸਕ ਨਹੀਂ ਪਾ ਰਹੇ, ਆਪਾਂ ਕੋਈ ਵੀ ਨਹੀਂ ਪਾ ਰਿਹਾ, ਦੇਖ ਲਓ ਤੁਸੀਂ ਹਨਾ। ਜਦੋਂ ਕਿ ਸਰਕਾਰ ਦੀ ਹਦਾਇਤ ਇਹ ਆ ਵੀ ਸੋਸ਼ਲ ਡਿਸਟੈਂਸਿੰਗ ਵੀ ਰੱਖੋ ਤੇ ਮਾਸਕ ਵਗੈਰਾ ਪਾ ਕੇ ਰੱਖੋ ਹਨਾ, ਪਰ ਸਾਨੂੰ ਤਾਂ ਨਹੀਂ ਹੋਇਆ ਕਿਸੇ ਨੂੰ। ਆਪਾਂ ਤੁਰੇ ਇੱਥੇ ਹੀ ਤੁਰੇ ਫਿਰ ਰਹੇ ਆ, ਔਰ ਪਹਿਲਾਂ ਪੰਜਾਬ ਫਿਰਦੇ ਰਹੇ ਆ, ਕੋਈ ਸੋਸ਼ਲ ਡਿਸਟੈਂਸਿੰਗ ਸੀਗੀ ਉੱਥੇ। ਹੁਣ ਜਿਹੜੀ ਸਾਡੀ ਹੋਂਦ ਦੀ ਲੜਾਈ ਹੁੰਦੀ ਆ, ਉੱਥੇ ਸਾਡੇ ਲਈ ਕਰੋਨਾ ਬਿਮਾਰੀ, ਆਹ ਬੁਖਾਰ, ਗਲਾ ਖਰਾਬ, ਖੰਘ ਹੋਣੀ, ਇਹ ਬੜੀਆਂ ਛੋਟੀਆਂ ਜੀਆਂ ਗੱਲਾਂ, ਇਹਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਅਸੀਂ ਤਾਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਆ। ਹੁਣ ਜੇ ਕੋਈ 5 ਬੰਦੇ ਫੜੇ ਆ, ਸਾਡੇ ਤਾਂ ਇੱਥੇ ਆ ਕੇ ਦੇਖ ਲੈ, ਜਿਹੜਾ ਮਰਜ਼ੀ ਕੋਈ ਅਧਿਐਨ ਕਰਨ ਵਾਲਾ ਜਿਹੜਾ ਬੁੱਧੀ ਪੁਰਸ਼ ਆ ਜਾਂ ਜਿਹਨੇ ਇੰਟੈਲੈਕਚੁਅਲਸ ਆ, ਜਿਹਨੇ ਐਨਾਲਾਈਜ਼ ਕਰਨਾ, ਉਹ ਇੱਥੇ ਆ ਕੇ ਦੇਖ ਲੈ ਵੀ ਅਸੀਂ ਹੈ ਕੌਣ, ਸਾਡੀ ਹੋਂਦ ਤੇ ਹਸਤੀ ਕੀ ਆ, ਸਰਬੱਤ ਦੇ ਭਲੇ ਨੂੰ ਅਸੀਂ ਕਿਵੇਂ ਪ੍ਰਮੋਟ ਕਰਦੇ ਆ, ਕਿਵੇਂ ਸਾਂਝੀਵਾਲਤਾ ਨੂੰ ਪ੍ਰਮੋਟ ਕਰਦੇ ਆ, ਕਿਸ ਤਰ੍ਹਾਂ ਡਿਸਪਲਿਨ ਬਣਾ ਕੇ ਰੱਖਿਆ ਹੋਇਆ, ਜ਼ਿੰਮੇਵਾਰੀ ਨੂੰ ਅਸੀਂ ਕਿਵੇਂ ਆਪਦੇ ਮੋਢਿਆਂ ਤੇ ਲਈ ਫਿਰਦੇ ਆ। ਸੋ ਇਹ ਤਾਂ ਸਾਨੂੰ ਕਿਸੇ ਹੋਰ ਢੰਗ ਨਾਲ ਪ੍ਰਭਾਸ਼ਿਤ ਕਰਨਗੇ, ਇਹ ਪਹਿਲਾਂ ਤੋਂ ਹੀ ਕਰਦੇ ਰਹੇ ਆ। ਪਰ ਜੇ ਅੱਜ ਦੁਨੀਆ ਦੇ ਕਿਸੇ ਵੀ ਵਿਦਵਾਨ ਨੇ ਆ ਕੇ ਦੇਖਣਾ ਤੇ ਸਾਡਾ ਅਧਿਐਨ ਕਰਨਾ ਤਾਂ ਪਲੀਜ਼ ਆਵੇ ਅੱਜ ਸਾਡੇ। ਬਈ ਇੱਕ ਬੜੀ ਅਹਿਮ ਚੀਜ਼ ਰਹੀ ਪਿਛਲੇ ਦਿਨਾਂ ਦੇ ਵਿੱਚ, ਸਨੀ ਦਿਓਲ ਨੂੰ ਲੈ ਕੇ ਬੜੀਆਂ ਟਿੱਪਣੀਆਂ ਹੁੰਦੀਆਂ ਰਹੀਆਂ। ਦੀਪ ਸਿੱਧੂ ਨਾਲ ਰਹੇ ਨੇ। ਦੀਪ ਸਿੱਧੂ ਦੇ ਬਾਰੇ ਸਨੀ ਦਿਓਲ ਟਿੱਪਣੀ ਕਰਦੇ ਨੇ ਕਿ ਮੇਰਾ ਉਸ ਬੰਦੇ ਨਾਲ ਕੋਈ ਨਾਤਾ ਨਹੀਂ ਹੈਗਾ, ਇਲੈਕਸ਼ਨ ਦੇ ਸਮੇਂ ਉਹਨੇ ਮੇਰਾ ਸਾਥ ਦਿੱਤਾ ਸੀ, ਮੈਂ ਉਹਦਾ ਸ਼ੁਕਰਗੁਜ਼ਾਰ ਹਾਂ, ਬਟ ਇਸ ਵੇਲੇ ਜੋ ਸਟੇਟਮੈਂਟਾਂ ਦੇ ਰਿਹਾ ਜਾਂ ਜੋ ਕੁਝ ਵੀ ਕਰ ਰਿਹਾ ਉਸ ਦੇ ਵਿੱਚ ਮੇਰਾ ਕੋਈ ਹੱਥ ਨਹੀਂ, ਮੈਂ ਕਿਸਾਨਾਂ ਦੇ ਨਾਲ ਤੇ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। ਨਜ਼ਰ ਆਉਂਦਾ ਕਿ ਸਨੀ ਦਿਓਲ ਕਿਸਾਨਾਂ ਦੇ ਨਾਲ ਖੜੇ ਨੇ? ਨਹੀਂ, ਇਹ ਤਾਂ ਸਰਕਾਰ ਨੇ ਹੀ ਸਟੇਟਮੈਂਟ ਦਵਾਈ ਨਾ। ਅੱਜ ਕਿਸਾਨਾਂ ਦੇ ਨਾਲ ਹੀ ਤਾਂ ਸਰਕਾਰ ਭਿੜੀ ਜਾਂਦੀ ਆ। ਫਿਰ ਜੇ ਇਹ ਗੱਲ ਕਹੀ ਜਾਵੇ ਵੀ ਕਿਸਾਨਾਂ ਦੇ ਨਾਲ ਖੜੀ ਆ ਸਰਕਾਰ, ਤਾਂ ਇਹ ਤਾਂ ਸਾਡੇ ਸਪਸ਼ਟ ਰੂਪ 'ਚ ਸਾਹਮਣੇ ਆ ਨਾ। ਬਈ ਵੈਸੇ ਕਿੱਦਾਂ ਲੱਗਾ ਜਦੋਂ ਇੰਨੀ ਮਿਹਨਤ ਕੀਤੀ ਹੋਵੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਮੁਲਾਕਾਤ ਕੀਤੀ ਸੀ, ਸਾਡਾ ਵੀ ਰਾਬਤਾ ਰਿਹਾ ਕਿ ਇਸ ਤਰੀਕੇ ਨਾਲ ਤੁਸੀਂ ਮੈਨੇਜ ਕਰ ਰਹੇ ਸੀ, ਕਿ ਇਸ ਤਰੀਕੇ ਨਾਲ ਇੰਨਾ ਕਰਾਊਡ ਸਾਂਭਣਾ ਪੈਂਦਾ ਸੀਗਾ, ਸਨੀ ਦਿਓਲ ਦੇ ਨਾਲ ਚੱਲਦੇ ਸੀ, ਗੱਡੀ ਦੇ ਵਿੱਚ ਅੱਗੇ ਪਿੱਛੇ ਬਹੁਤ ਕੁਝ ਸਾਂਭਣਾ ਪੈਂਦਾ ਸੀ। ਅੱਜ ਉਹ ਵਿਅਕਤੀ ਕਹਿੰਦਾ ਕਿ ਇਸ ਬੰਦੇ ਨਾਲ ਮੇਰਾ ਕੋਈ ਨਾਤਾ ਨਹੀਂ। ਦੇਖੋ ਸਨੀ ਬਾਈ ਵੱਡੇ ਆ ਹਨਾ, ਤੇ ਜੋ ਉਹਨਾਂ ਨੇ ਕੋਈ ਗੱਲ ਕਹੀ ਆ ਉਹ ਗੱਲ ਨੂੰ ਫਿਰ ਸਿਰ ਮੱਥੇ ਹੀ ਲੈਣਾ ਪਊਗਾ। ਸੋ ਇਸ ਗੱਲ ਨੂੰ, ਔਰ ਇਹ ਗੱਲ ਉਹ ਆਪ ਨਹੀਂ ਕਹਿ ਸਕਦੇ, ਇਹ ਗੱਲ ਕਿਸੇ ਨੇ ਸਰਕਾਰ ਨੇ ਕਹਾਈ ਆ ਤੇ ਉਹਨਾਂ ਨੇ ਇਹ ਗੱਲ ਕਹਿਤੀ। ਬੜੀ ਅਹਿਮ ਚੀਜ਼ ਹੈ ਕਿ ਉਹਨਾਂ ਦੇ ਨਾਲ ਇੱਕ ਗੁਰਪ੍ਰੀਤ ਨਾਂ ਦਾ ਨੌਜਵਾਨ ਸੀਗਾ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ। ਉਸ ਵਿਅਕਤੀ ਦੀ ਜਿਹਨੂੰ ਜ਼ਿੰਮੇਵਾਰੀ ਸੌਂਪਤੀ ਸੀ ਲਿਖਤੀ ਰੂਪ ਦੇ ਵਿੱਚ ਵੀ ਮੈਂ ਜਦੋਂ ਪੰਜਾਬ ਨਹੀਂ ਹੋਊਂਗਾ ਤੇ ਇਹ ਦੇਖਿਆ ਕਰੂਗਾ, ਉਹ ਵਿਅਕਤੀ ਵੀ ਸਿਆਸਤ ਛੱਡ ਗਿਆ। ਕਹਿੰਦਾ ਮੈਨੂੰ ਮਹੀਨਾ ਹੋ ਗਿਆ, ਮੈਂ ਸਿਆਸਤ ਪੂਰੀ ਤਰ੍ਹਾਂ ਛੱਡਤੀ ਹੈ, ਮੇਰੇ ਵੱਸ ਦੀ ਗੱਲ ਨਹੀਂ। ਹੁਣ ਆਏ ਆ, ਉਹ ਤਾਂ ਗਿਆਨੀ ਆਪਣਾ ਜਿਹੜਾ ਉਹ ਗਿਆਨੀ ਬਾਈ ਤੋਂ ਆਪਾਂ ਸਮਝੀਏ ਇਸ ਗੱਲ ਨੂੰ ਵੀ ਜਦੋਂ ਤੁਸੀਂ ਇਸ ਖੇਡ ਨੂੰ ਅੰਦਰੋਂ ਦੇਖਦੇ ਆ ਨਾ ਬਾਈ, ਤੇ ਜਿਹੜੇ ਸੱਚੇ ਬੰਦੇ ਹੁੰਦੇ ਆ ਉਹਨਾਂ ਦਾ ਨਿਭਣਾ ਬੜਾ ਔਖਾ ਹੋ ਜਾਂਦਾ। ਫਿਰ ਇਸੇ ਕਰਕੇ ਮੇਨ ਸਟ੍ਰੀਮ ਪੋਲਿਟਿਕਸ ਹੈ ਨਾ, ਵੋਟਾਂ ਦੀ ਪੋਲਿਟਿਕਸ ਆ। ਇਹੀ ਕਾਰਨ ਹੈ ਕਿ ਤੁਸੀਂ ਬਾਰ-ਬਾਰ ਮਨਾ ਕਰਦੇ ਕਿ ਮੈਂ ਮੇਨ ਸਟ੍ਰੀਮ ਪੋਲਿਟਿਕਸ 'ਚ ਨਹੀਂ ਆ ਸਕਦਾ, ਮੈਂ ਉਹ ਵਾਲਾ ਮਾਦਾ ਨਹੀਂ ਰੱਖਦਾ। ਹਾਂ, ਬਿਕਾਜ਼ ਮੇਰਾ ਟੈਂਪਰਾਮੈਂਟ ਨਹੀਂ ਆ। ਉੱਥੇ ਤੁਸੀਂ ਸੱਚ ਤੇ ਪਹਿਰਾ ਨਹੀਂ ਦੇ ਸਕਦੇ, ਉੱਥੇ ਤੁਹਾਨੂੰ ਸਮਝੌਤੇ ਕਰਨੇ ਪੈਣਗੇ, ਉੱਥੇ ਤੁਹਾਨੂੰ ਕਈ ਤਰ੍ਹਾਂ ਦੀਆਂ ਚਾਲਾਂ ਚੱਲਣੀਆਂ ਪੈਣਗੀਆਂ, ਕਿਉਂਕਿ ਲੋਕਾਂ ਨੂੰ ਵਰਗਲਾ ਕੇ ਵੋਟਾਂ ਲੈਣੀਆਂ ਹਨਾ। ਤੇ ਵਰਗਲਾਉਣਾ ਸਾਡੇ ਵੱਸ ਦੀ ਗੱਲ ਨਹੀਂ ਆ। ਫਿਰ ਆਪਾਂ ਕਿਵੇਂ ਝੂਠ ਬੋਲ ਲਾਂਗੇ, ਕਿਵੇਂ ਉਹ ਚਾਲਾਂ ਚੱਲ ਲਾਂਗੇ? ਜੇ ਸੱਚ ਦੀ ਬਾਤ ਪਾਈ ਜਾਂਦੀ ਆ
ਤਾਂ ਸਿਰ ਮੱਥੇ, ਜੇ ਸੱਚ ਦੀ ਬਾਤ ਨਹੀਂ ਪਾਈ ਜਾਂਦੀ ਫਿਰ ਬੜਾ ਔਖਾ। ਬਈ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲਾਂ ਚੱਲਦੀਆਂ ਰਹੀਆਂ ਕਿ ਦੀਪ ਦੀ ਜਿਹੜੇ ਬਾਕੀ ਜਿਹੜੇ ਕਲਾਕਾਰ ਨੇ ਉਹਨਾਂ ਦੇ ਨਾਲ ਥੋੜੇ ਮਤਭੇਦ ਚੱਲ ਰਹੇ ਨੇ, ਵਿਚਾਰਕ ਮਤਭੇਦ ਨੇ, ਦੀਪ ਅਲੱਗ ਚੱਲ ਰਹੇ ਨੇ। ਪਰ ਹੁਣ ਨਵੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ, ਦੀਪ ਲੱਖਾ ਸਿਧਾਣਾ ਨਾਲ ਬੈਠਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਇੱਕੋ ਟੈਂਟ ਦੇ ਵਿੱਚ ਚਰਚਾਵਾਂ ਹੁੰਦੀਆਂ ਨੇ। ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਵੀ ਹਾਂ ਅਸੀਂ ਇਕੱਠੇ ਚੱਲ ਰਹੇ ਹਾਂ। ਤਾਂ ਦੀਪ ਆਪਣੇ ਵੱਲੋਂ ਇਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਵੇਲੇ ਫੈਸਲੇ ਲੈ ਰਹੀਆਂ ਉਹ ਸਹੀ ਫੈਸਲੇ ਨੇ, ਅਸੀਂ ਨਾਲ ਚੱਲ ਰਹੇ ਹਾਂ। ਤਾਂ ਇਹ ਵਿਚਾਰਕ ਜਿਹੜੇ ਬਦਲਾਵ ਆ ਰਹੇ ਨੇ, ਇਹ ਕਿਸ ਚੀਜ਼ ਨੂੰ ਦੇਖਦੇ ਆ ਰਹੇ? ਦੇਖੋ ਹੁਣ ਤਾਂ ਨਾ ਜਿਹੜੀ ਅਗਵਾਈ ਆ ਇਸ ਮੋਰਚੇ ਦੀ ਉਹ ਗੁਰੂ ਸਾਹਿਬ ਕਰ ਰਹੇ ਆ ਆਪ, ਤੇ ਨਾਲ ਦੀ ਨਾਲ ਜਿਹੜਾ ਸਾਡੀ ਸੰਗਤ ਦੇ ਜਜ਼ਬਾਤਾਂ ਦੀ ਤਰਜਮਾਨੀ ਆ ਉਹ ਸਾਡੇ ਆਗੂ ਕਰ ਰਹੇ ਆ। ਉਹ ਉਹੀ ਫੈਸਲੇ ਲੈ ਰਹੇ ਆ ਜੋ ਸੰਗਤ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਲਏ ਜਾਣੇ ਚਾਹੀਦੇ ਆ। ਜਦੋਂ ਕੋਈ ਇਹੋ ਜਿਹੇ ਫੈਸਲੇ ਲੈਂਦੇ ਆ ਫਿਰ ਉਸ ਗੱਲ ਨੂੰ ਤਾਂ ਸਰਾਹਣਾ ਹੀ ਪਊਗਾ। ਜਦੋਂ ਉਹ ਉਸ ਗੱਲ ਤੋਂ ਥਿੜਕਣਗੇ, ਜਿਵੇਂ ਹੁਣ ਕੱਲ ਕੋਈ ਗੱਲ ਹੋਈ, ਕਾਮਰੇਡਾਂ ਨੇ ਆਪਦੀ ਕੋਈ ਸਿਆਸਤੀ ਗੱਲ ਕੀਤੀ, ਮੇਰੇ ਤੱਕ ਕੁਝ ਗੱਲਾਂ ਪਹੁੰਚੀਆਂ, ਸੋ ਉਸ ਗੱਲ ਰੱਖਣ ਲਈ ਮੈਂ ਗੱਲ ਸੰਗਤ ਦੇ ਸਾਹਮਣੇ ਲੈ ਕੇ ਗਿਆ, ਹਨਾ। ਇਸੇ ਤਰ੍ਹਾਂ ਵੀ ਜਦੋਂ ਖੁੱਲ ਕੇ ਕਰ ਸਕਦੇ ਹੋ, ਕਿਉਂਕਿ ਸੰਗਤ ਜਿੰਨੀ ਵੀ ਇਸ ਵੇਲੇ ਦੇਖ ਰਹੀ ਹੈ ਉਹ ਤੁਹਾਡੇ ਮੂੰਹੋਂ ਹਰੇਕ ਚੀਜ਼ ਜਿਹੜੀ ਸੁਣ ਰਹੀ ਆ ਉਹਨੂੰ ਸਰਾਉਂਦੀ ਹੈ। ਉਹ ਤੁਸੀਂ ਤਰਕ ਨਾਲ ਗੱਲ ਕਰਦੇ, ਕਿਹੜੀ ਗੱਲ ਹੋਈ ਸੀ ਜਿਹੜੀ ਤੁਸੀਂ ਸਰਾਉਣ ਅੱਗੇ ਲਿਆਉਣ ਦੀ ਕੋਸ਼ਿਸ਼? ਦੇਖੋ ਗੱਲ ਇਹ ਹੋਈ ਸੀ ਵੀ ਮੈਨੂੰ ਇਹ ਗੱਲ ਮੇਰੇ ਤੱਕ ਪਹੁੰਚੀ ਵੀ ਸਮੂਹਕ ਕਤਲੇਆਮ ਹੋਵੇ ਫੇਰ ਗੱਲ ਬਣੂਗੀ ਕੋਈ। ਹੁਣ ਇਹ ਕਤਲੇਆਮ ਜੇ ਤੁਸੀਂ ਆਪਦੀਆਂ ਗਿਣਤੀਆਂ ਮਿੰਤੀਆਂ ਚੋਂ ਕਰਾ ਰਹੇ ਹੋ ਤੇ ਲੋਕਾਂ ਦੀ ਕਿਸੇ ਦੀ ਮੌਤ ਤੇ ਆਪਦੀ ਸਿਆਸਤ ਖੜੀ ਕਰ ਰਹੇ ਹੋ, ਇਹ ਤਾਂ ਮਨਜ਼ੂਰ ਨਹੀਂ ਆ, ਹਨਾ। ਪਰ ਉਸ ਗੱਲ 'ਚ ਆਏ ਆ ਵੀ ਉਹਨਾਂ 'ਚ ਦਮ ਕਿੰਨਾ ਕਾ, ਜਦੋਂ ਤੁਸੀਂ ਲੋਕਾਂ ਦੇ ਨਾਲ ਆਏ ਹੋਵੇ ਵੀ ਇਹ ਤਾਂ ਮੇਰਾ ਪਰਿਵਾਰ ਆ ਯਾਰ, ਇੱਕ ਇੱਕ ਬੰਦਾ ਕੀਮਤੀ ਆ। ਔਰ ਮੈਂ ਰੋਜ਼ ਕਹਿਣਾ ਇਹ ਵੀ ਇੱਕ ਇੱਕ ਬੰਦਾ ਸਾਡੀ ਦੌਲਤ ਆ, ਧਰੋਹਰ ਆ, ਤੇ ਉੱਥੇ ਫਿਰ ਮੇਰਾ ਉਹਨਾਂ ਨਾਲ ਪਿਆਰ ਕਿੰਨਾ ਕੁ ਬਣਿਆ ਹੋਊਗਾ, ਇੱਕ ਸੈਂਸ ਆਫ ਬਿਲੋਂਗਿੰਗ ਕਿੰਨੀ ਕੁ ਬਣੀ ਹੋਊਗੀ ਉਹਨਾਂ ਨਾਲ, ਉਹ ਕਿਸੇ ਹੋਰ ਲੈਵਲ ਤੇ ਹੋਊਗੀ ਬਾਈ। ਤੇ ਜੇ ਅਸੀਂ ਉਹਨਾਂ ਬੰਦਿਆਂ ਨੂੰ ਕੋਈ ਆਪਦੇ ਧੱਕੇ ਚੜਾ ਕੇ ਉਹਨਾਂ ਤੋਂ ਸ਼ਹਾਦਤਾਂ ਕਰਾ ਕੇ ਆਪਦੀ ਸਿਆਸਤ ਸਿਰਜਣ ਦੀ ਗੱਲ ਕਰਦਾ, ਸੋ ਮੇਰੇ ਤੋਂ ਤਾਂ ਨਹੀਂ ਸਹਿਣ ਹੋਣੀ। ਇੱਥੇ ਬਿਲਕੁਲ ਇੱਥੇ ਤੁਹਾਡੀ ਇੱਥੇ ਉਹੀ ਗੱਲ ਆ ਗਈ ਕਿ ਰਣਨੀਤੀ ਸਾਨੂੰ ਪਹਿਲਾਂ ਹੀ ਉਲੀਕਣੀ ਚਾਹੀਦੀ ਹੈ। ਤੁਸੀਂ ਹਰੇਕ ਵਾਰੀ ਇਹ ਗੱਲ ਕਹਿੰਦੇ ਕਿ ਰਣਨੀਤੀ ਪਹਿਲਾਂ ਹੀ ਉਲੀਕਣੀ ਚਾਹੀਦੀ ਹੈ। ਜੇ ਲੋਕਾਂ ਦੀਆਂ ਜਾਨਾਂ ਦੇਣੀਆਂ ਪੈ ਜਾਣ ਤੇ ਰਣਨੀਤੀ ਫਿਰ ਕਾਹਦੀ ਹੋਊਗੀ? ਉਹ ਨਹੀਂ, ਦੇਖੋ ਗੱਲ ਆਏ ਆ ਵੀ ਗੁਰੂ ਦੇ ਨਾਂ ਤੇ ਸਾਡੇ ਤੋਂ ਸ਼ਹਾਦਤਾਂ ਲੈ ਲਓ ਨਾ, ਸ਼ਹਾਦਤਾਂ ਤੋਂ ਕਦੇ ਅਸੀਂ ਪਿੱਛੇ ਹਟੇ ਆ? ਤੁਸੀਂ ਵੀ ਤਾਂ ਉਸ ਰਿਸਕ ਤੇ ਬੈਠੇ ਹੋ ਨਾ, ਇੱਥੇ ਕੁਝ ਵੀ ਹੋ ਸਕਦਾ। ਜਦੋਂ ਸਾਡੇ ਮੀਡੀਆ ਵਾਲੇ ਆ, ਸਾਡੇ ਸਾਰੇ ਪੰਜਾਬ ਦਾ, ਉਹ ਮੀਡੀਆ ਸਪੋਰਟ ਕਿਵੇਂ ਕਰ ਰਿਹਾ ਔਰ ਇੱਕ ਨਿਰਪੱਖਤਾ ਤੇ ਇੱਕ ਸੱਚਾਈ ਨੂੰ ਬਿਆਨ ਉਹਨੂੰ ਕਿਵੇਂ ਕਰ ਰਿਹਾ, ਅੰਦਾਜ਼ੇ ਬਿਆਨ ਵੀ ਉਹ ਕਮਾਲ ਆ। ਦੇਖੋ ਮੀਡੀਆ ਇੱਕ ਪਰਿਵਾਰ ਦੀ ਤਰ੍ਹਾਂ ਇਸ ਸੰਘਰਸ਼ 'ਚ ਜਾਂ ਇਸ ਸੰਘਰਸ਼ ਦਾ ਕਿੱਡਾ ਵੱਡਾ ਹਿੱਸਾ ਬਣ ਕੇ ਸਾਹਮਣੇ ਆਇਆ, ਤੇ ਸਾਨੂੰ ਮਾਣ ਆ ਸਾਡੇ ਪੰਜਾਬ ਦੇ ਮੀਡੀਆ ਤੇ। ਹੁਣ ਅਸੀਂ ਜੋ ਗੱਲ ਕਰ ਰਹੇ ਹਾਂ ਵੀ ਸਾਡੇ ਤੇ ਕੋਈ ਆਪਦੀ ਸਿਆਸਤ ਸਿਰਜੇ, ਇਹ ਮਨਜ਼ੂਰ ਨਹੀਂ ਆ। ਸਾਡੇ ਤੋਂ ਗੁਰੂ ਦੇ ਨਾਂ ਤੇ ਸ਼ਹਾਦਤ ਲੈ ਜੇ, ਇਹਦੇ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਬਈ ਹੁਣ ਇਸ ਵੇਲੇ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਨੂੰ ਕੀ ਕਰ ਲੈਣਾ ਚਾਹੀਦਾ ਇਸ ਵੇਲੇ, ਜੇ ਇਸ ਹਾਲਾਤਾਂ ਦੇ ਵਿੱਚ ਅਸੀਂ ਖੜੇ ਆ? ਕਿਤੇ ਨਾ ਕਿਤੇ ਸਰਕਾਰ ਟਾਈਮ ਪਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀਆਂ ਅੰਦਰਲੀਆਂ ਖਬਰਾਂ ਨੇ ਉਹ ਤਾਂ ਸਾਫ਼ ਤੌਰ ਤੇ ਇਹ ਕਹਿ ਰਹੇ ਕਿ ਸਮਾਂ ਪਾ ਰਹੇ ਨੇ ਤੇ ਸੰਘਰਸ਼ ਨੂੰ ਤਾਰ-ਪਿੜੋ ਕਰਨਾ ਕਿਸ ਤਰੀਕੇ ਨਾਲ, ਵੱਡੇ ਵੱਡੇ ਥਿੰਕ ਟੈਂਕ ਜਿਹੜੇ ਰੱਖੇ ਹੋਏ ਨੇ ਉਹ ਇਸ ਵੇਲੇ ਪੂਰੀ ਰਣਨੀਤੀ ਘੜ ਰਹੇ ਨੇ ਕਿ ਇਸ ਤਰੀਕੇ ਨਾਲ ਇਸ ਸੰਘਰਸ਼ ਨੂੰ ਆਪਾਂ ਤਾਰ-ਪਿੜੋ ਕਰਨਾ, ਕੋਸ਼ਿਸ਼ਾਂ ਵੱਡੇ ਪੱਧਰ ਤੇ ਚੱਲ ਰਹੀਆਂ ਨੇ। ਇਸ ਵੇਲੇ ਤੁਹਾਡੇ ਹਿਸਾਬ ਨਾਲ ਲੋਕਾਂ ਨੂੰ ਕੀ ਕਰ ਲੈਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਸਬਰ ਤੇ ਸਹਿਜ, ਇਹ ਦੋ ਚੀਜ਼ਾਂ ਸਾਡੇ ਅੰਦਰ ਆਉਣੀਆਂ ਚਾਹੀਦੀਆਂ। ਸਾਨੂੰ ਭੜਕਾਉਣਗੇ, ਇੱਥੇ ਡਿਸਟਰਬੈਂਸ ਵੀ ਕ੍ਰੀਏਟ ਕਰਨਗੇ ਵੀ ਮੰਨ ਲਓ ਕੋਈ ਨਾ ਕੋਈ ਇਹੋ ਜਿਹੇ ਆਨਸਰ ਆਉਣ ਜਿਹੜੇ ਸਾਨੂੰ ਕਿਸੇ ਢੰਗ 'ਚ ਬਦਨਾਮ ਕਰਨ, ਸਾਨੂੰ ਉਹਦੇ ਤੇ ਵੀ ਸਤਰਕ ਰਹਿਣਾ ਪਊਗਾ, ਆਬਜ਼ਰਵ ਕਰਨਾ ਪਊਗਾ ਤੇ ਉਹਨਾਂ ਚੀਜ਼ਾਂ ਤੇ ਨਿਗਾਹ ਰੱਖਣੀ ਪਊ। ਇਸ ਹਰ ਬੰਦੇ ਦੀ ਜ਼ਿੰਮੇਵਾਰੀ ਬਣ ਜਾਂਦੀ ਆ। ਅਫਵਾਹਾਂ ਨੂੰ ਅਸੀਂ ਜਦੋਂ ਤੱਕ ਉਹਦੀ ਤਸਦੀਕ ਨਹੀਂ ਕਰ ਲੈਂਦੇ, ਕੋਈ ਗੱਲ ਸਾਡੇ ਤੱਕ ਪਹੁੰਚਦੀ ਆ, ਤਸਦੀਕ ਨਹੀਂ ਹੁੰਦੀ ਤਾਂ ਉਹਨੂੰ ਮੰਨੋ ਨਾ। ਇਹ ਦੇਖੋ ਏਡੇ ਵੱਡੇ ਇਕੱਠ 'ਚ ਜਿਹੜੀ ਗੱਲ ਕਿਵੇਂ ਹੁੰਦੀ ਆ, ਗੱਲ ਤਾਂ 20 ਮੀਟਰ ਪਹਿਲਾਂ ਇੱਥੇ ਕਹੀ ਗਈ ਤੇ ਇੱਥੇ ਜਾ ਕੇ ਬਦਲ ਜਾਂਦੀ ਆ, ਹਨਾ। ਤੇ ਸਾਨੂੰ ਸਿਆਣਪ ਇਹ ਵਰਤਣੀ ਪਊਗੀ ਵੀ ਤਸਦੀਕ ਕਰੋ, ਪਹਿਲਾਂ ਗੱਲ ਸੱਚੀ ਆ ਕਿ ਨਹੀਂ, ਇਹ ਤਸਦੀਕ ਕਰੋ ਤੇ ਇਹਦੇ ਲਈ ਸੁਹਿਰਦਤਾ ਨਾਲ ਸੋਚੀਏ। ਅਫਵਾਹਾਂ 'ਚ ਅਸੀਂ ਜਿਵੇਂ ਪੰਜਾਬ ਬੈਠੇ ਇਹ ਸੋਚਦੇ ਸੀ ਵੀ ਸੋਸ਼ਲ ਮੀਡੀਆ ਤੇ ਕੋਈ ਗੱਲ ਚੱਲ ਪਈ, ਇਹਨਾਂ ਦੇ IT ਸੈੱਲ ਬਹੁਤ ਸਟਰੋਂਗ ਆ, ਹਨਾ। ਸੋਸ਼ਲ ਮੀਡੀਆ ਤੇ ਗੱਲ ਤਾਂ ਇਹਨਾਂ ਨੇ ਮਿੰਟ 'ਚ ਹੀ ਚਲਾ ਦੇਣੀ ਆ। ਕਿਹਨੂੰ ਗਦਾਰ ਘੋਸ਼ਿਤ ਕਰਨਾ ਤੇ ਕਿਹਨੂੰ ਇਹਨਾਂ ਨੇ ਇਹ ਕਹਿਣਾ ਵੀ ਇਹ ਦੇਖੋ ਬੰਦਾ
ਆਪਦੇ ਢੰਗ ਨਾਲ ਇਹਨਾਂ ਦੇ ਪਰ ਬੜੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ, ਕਿਉਂਕਿ ਪਿੱਛੇ ਜੇ ਕੁਝ ਲੋਕ ਜਿਹੜੇ ਇਹਨਾਂ ਦੇ ਆਈਟੀ ਸੈੱਲ ਦੇ ਵਿੱਚ ਕੰਮ ਕਰਦੇ ਨੇ ਉਹ ਸਾਹਮਣੇ ਆਏ ਸੀ। ਉਹਨਾਂ ਨੇ ਦੱਸਿਆ ਸੀਗਾ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਸ਼ਹੀਦਾਂ ਦੇ ਨਾਮ ਤੋਂ ਪੇਜ ਬਣਾਏ ਹੋਏ ਨੇ, ਇੰਡੀਅਨ ਆਰਮੀ ਦੇ ਨਾਮ ਤੋਂ ਪੇਜ ਬਣਾਏ ਹੋਏ ਨੇ, ਪੰਜਾਬੀਆਂ ਦੇ ਕਲਾਕਾਰ ਜਿਹੜੇ ਨੇ ਉਹਨਾਂ ਦੇ ਨਾਮ ਤੋਂ ਪੇਜ ਬਣਾਏ ਹੋਏ ਨੇ। 5 ਮਿੰਟ ਦੀ ਖੇਡ ਆ ਇਹਨਾਂ ਦੇ ਲਈ, ਕੋਈ ਵੀ ਚੀਜ਼ ਟ੍ਰੈਂਡ ਕਰਨੀ, ਕੋਈ ਵੀ ਚੀਜ਼ ਖਰਾਬ ਕਰਨੀ, ਇਹਨਾਂ ਦੇ ਵਿੱਚ ਮਿੰਟੋ ਮਿੰਟ ਹੀ ਕੰਮ ਹੋ ਜਾਂਦਾ। ਇਹਨਾਂ ਦੇ ਇਦਾਂ ਦੇ ਬੰਦੇ ਜਿਹੜੇ ਇਸ ਵੇਲੇ ਆਈਟੀ ਤੇ ਪੂਰਾ ਕਬਜ਼ਾ ਇਹਨਾਂ ਦਾ ਹੈਗਾ। ਬਈ ਇਦਾਂ ਦੇ ਹਾਲਾਤਾਂ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ, ਉਹਦੀ ਅਸੀਂ ਤਸਦੀਕ ਵੀ ਕੀਤੀ ਕਿ ਇੱਕ ਹੁਣ ਹੋਰ ਭਾਰਤੀ ਕਿਸਾਨ ਯੂਨੀਅਨ ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਖਬਰ ਸਾਹਮਣੇ ਆਈ ਹੈ ਹੁਣੀ ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਇੱਦਾਂ ਹੀ ਪਹਿਲਾਂ ਲੱਖੋਵਾਲ ਉਹਨਾਂ ਨੇ ਖੜਕਾਇਆ ਸੀ ਤਾਂ ਉਹਨਾਂ ਦਾ ਵਿਰੋਧ ਵੱਡੇ ਪੱਧਰ ਤੇ ਹੋਇਆ ਸੀ। ਹੁਣ ਇਹ ਯੂਨੀਅਨ ਇੱਕ ਹੋਰ ਗਈ ਹੈ, ਉਹਦਾ ਹਲੇ ਨਾਮ ਕਲੀਅਰ ਨਹੀਂ ਹੋਇਆ ਕਿਹੜੀ ਜਥੇਬੰਦੀ ਗਈ ਹੈ, ਪਰ ਇਹ ਖਬਰ ਸਾਹਮਣੇ ਆਈ ਕਿ ਗਈ ਹੈ। ਤੁਹਾਨੂੰ ਲੱਗਦਾ ਕਿ ਅਦਾਲਤੀ ਰੁਖ ਇਸ ਵੇਲੇ ਕੋਈ ਇਸ ਮਸਲੇ ਦਾ ਹੱਲ? ਨਹੀਂ, ਇਸ ਵੇਲੇ ਨਹੀਂ। ਇਸ ਵੇਲੇ ਤਾਂ ਹੁਣ ਸਾਰਾ ਜਿਹੜਾ ਸਾਡਾ ਜ਼ੋਰ ਆ ਇੱਥੇ ਹੀ ਲੱਗਣਾ ਚਾਹੀਦਾ ਹਨਾ। ਅਸੀਂ ਇਹ ਦੇਖੋ ਵੀ ਕਿਹੜੀ ਲੜਾਈ ਵਿੱਢੀ ਬੈਠੇ ਆ, ਔਰ ਇਹ ਕੋਈ ਆਮ ਵਰਤਾਰਾ ਨਹੀਂ ਆ। ਇਸ ਵੇਲੇ ਜੇ ਸਾਡੀ ਕੋਈ ਕਿਸਾਨ ਯੂਨੀਅਨ ਅਦਾਲਤ 'ਚ ਜਾਊਗੀ ਤਾਂ ਇਹ ਤਾਂ ਸਾਡੇ ਲਈ ਬਹੁਤ ਮਾੜੀ ਗੱਲ ਆ ਫਿਰ। ਸੋ ਇਸ ਕਰਕੇ ਹਰ ਜਿਵੇਂ ਚੀਜ਼ ਦਾ ਇੱਕ ਟਾਈਮ ਹੁੰਦਾ, ਹਰ ਇੱਕ ਐਕਸ਼ਨ ਦਾ ਟਾਈਮ ਹੁੰਦਾ। ਹੁਣ ਤਾਂ ਇਹੋ ਜੀ ਗੱਲ, ਇਹੋ ਜਿਹੇ ਸਿੰਘ ਫਸੇ ਆ ਵੀ ਹੁਣ ਲੱਦ ਕੇ ਹੀ ਸਿੱਟਣਾ ਉਹਨਾਂ ਨੂੰ, ਉਹ ਤੋਂ ਬਿਨਾਂ ਨਹੀਂ। ਅਸੀਂ ਲੱਗਦਾ ਕਿ ਹੁਣ ਇਸ ਵੇਲੇ ਫਤਿਹ ਕਰਕੇ ਜਾਣਗੇ ਜਿੰਨੇ ਵੀ ਪੰਜਾਬੀ ਇਸ ਵੇਲੇ ਆ ਸੜਕਾਂ ਤੇ, ਦਿੱਲੀ ਦੀਆਂ ਸੜਕਾਂ ਤੇ ਮਜ਼ਮਾ ਲੱਗਾ ਹੋਇਆ ਪੂਰਾ। ਕਦੇ ਸੋਚਿਆ ਵੀ ਨਹੀਂ ਸੀਗਾ ਕਿ ਇਹ ਜੰਗ ਜਿੱਤ ਕੇ ਜਾਣਗੇ। ਬਈ ਇੱਕ ਦੇਸ਼ ਦੀ ਰਾਜਧਾਨੀ ਨੂੰ ਘੇਰੀ ਬੈਠੇ ਆ, ਇਹ ਆਮ ਗੱਲ ਥੋੜੀ ਹੈ। ਇਹਨੂੰ ਸੋਚ ਕੇ ਤਾਂ ਦੇਖੀਏ, ਇਹ ਆਮ ਗੱਲ ਨਹੀਂ ਆ ਕਿਸੇ ਮੁਲਕ ਲਈ। ਰਾਜਧਾਨੀ ਘੇਰੀ ਬੈਠੇ ਆ ਆਪਾਂ। ਸੋ ਇਸ ਕਰਕੇ ਇਹਨੂੰ ਇੰਨਾ ਆਮ ਨਾ ਸੋਚੀਏ ਜੋ ਚੱਲ ਰਿਹਾ। ਔਰ ਜੇ ਅਸੀਂ ਕਹੀਏ ਵੀ ਫਤਿਹ ਸਾਡੀ, ਅਸੀਂ ਜਿੱਤਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਸਬਰ ਤੇ ਸਹਿਜ ਇਹ ਦੋ ਚੀਜ਼ਾਂ ਸਾਡੇ ਲਈ ਜ਼ਰੂਰੀ ਆ। ਡਿਸਪਲਿਨ ਜਿਹੜਾ ਇੱਥੇ ਸਾਡੇ 'ਚ ਹੋਣਾ ਚਾਹੀਦਾ ਉਹ ਬਹੁਤ ਜ਼ਰੂਰੀ ਆ। ਜ਼ਿੰਮੇਵਾਰੀ ਹਰ ਕਿਸੇ ਦੇ ਮੋਢਿਆਂ ਤੇ ਆਪ ਇੱਕ ਬੰਦੇ ਦੇ ਹੋਣੀ ਚਾਹੀਦੀ ਆ, ਉਹ ਬਹੁਤ ਜ਼ਰੂਰੀ ਆ। ਤੇ ਉਹ ਦਿਖਾ ਰਹੇ ਆ, ਸਾਡੀ ਸੰਗਤ ਦਿਖਾ ਰਹੀ ਆ। ਤੁਸੀਂ ਦੇਖੋ ਕਿੱਡੇ ਜ਼ਿੰਮੇਵਾਰੀ ਨਾਲ ਪੇਸ਼ ਆ ਰਹੇ। ਧੰਨਵਾਦ। ਸੋ ਇਸ ਨੇ ਦੀਪ ਸਿੱਧੂ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਸ ਵੇਲੇ ਲੋੜ ਸਭ ਤੋਂ ਜ਼ਿਆਦਾ ਇਹ ਹੈ ਕਿ ਸਮਝਦਾਰੀ ਵਰਤੀ ਜਾਵੇ, ਰਣਨੀਤੀ ਦੇ ਤਹਿਤ ਚੱਲਿਆ ਜਾਵੇ। ਇਸ ਮੌਕੇ ਤੇ ਜੇ ਕੋਈ ਜਥੇਬੰਦੀ ਅਦਾਲਤ ਦਾ ਰੁਖ ਕਰਦੀ ਹੈ ਤਾਂ ਉਹ ਬਿਲਕੁਲ ਗਲਤ ਕਦਮ ਹੋਵੇਗਾ। ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕਿ ਸਬਰ ਤੇ ਸੰਤੋਖ ਰੱਖਣਾ ਪਵੇਗਾ, ਕਿਉਂਕਿ ਹਾਲੇ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਹੋ ਸਕਦਾ ਕਿ ਥੋੜਾ ਸਮਾਂ ਲੱਗੇ, ਪਰ ਜਿੱਤ ਕੇ ਹੀ ਇੱਥੋਂ ਜਾਵਾਂਗੇ। ਤੁਹਾਡਾ ਇਸ ਬਾਰੇ ਕੀ ਸੋਚਣਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਸਹਿਯੋਗੀ ਜੱਸੀ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਕੁੰਡਲੀ ਬਾਰਡਰ।